वाहिगुरू जी का खालसा वाहिगुरू जी की फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸ਼ਲੋਕ 12 ਤੇ ਵਧੇਕ ਦੀ ਵਿਚਾਰ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਕਰਦੇ ਆ ਰਹੇ ਹਾਂ। ਪਿਛਲੀ ਕਲਾਸ ਦੀ ਸਮਾਪਤੀ ਗੁਰੂ ਰਾਮਦਾਸ ਪਾਤਸ਼ਾਹ ਦੇ ਸ਼ਲੋਕ ਦੀ ਵਿਚਾਰ ਅਸੀਂ ਸੰਪੂਰਨ ਕੀਤੀ ਸੀ। ਸੋ ਹੁਣ ਅੱਜ ਤੋਂ ਗੁਰੂ ਅਰਜਨ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਵਿਚਾਰ ਆਰੰਭਤਾ ਕਰਾਂਗੇ। आओ ਜਿਹੜਾ ਪਹਿਲਾ ਸ਼ਲੋਕ ਹੈ ਉਸਦੇ ਪਾਠ ਤੋਂ ਇਹ ਵਿਚਾਰ ਆਰੰਭ ਕਰਦੇ ਹਾਂ ਜੀ। ਸ਼ਲੋਕ ਮਹਿਲਾ ਪੰਜਵਾਂ। ਰੱਤੇ ਸਈ ਜੇ ਮੁਖ ਨਾ ਮੋੜਨ, ਜਿਨੀ ਸਿੰਝਾਤਾ ਸਾਈ। ਝੜ ਝੜ ਪਵਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਰੱਤੇ ਸਈ, ਰੱਤੇ ਰੰਗੇ ਹੋਏ। ਰੱਤਾ ਲਫ਼ਜ਼ ਦੋ ਅਰਥਾਂ 'ਚ ਇਸਤੇਮਾਲ ਹੁੰਦਾ ਹੈ। ਇੱਕ ਤੇ ਰੱਤਾ ਜਿਹੜਾ ਰੰਗਿਆ ਹੋਇਆ, ਇੱਕ ਰੱਤਾ ਮਤਲਬ ਲਾਲ। ਤੇ ਜਦੋਂ ਬਿਨਾਂ ਅਦਕ ਤੋਂ ਹੁੰਦਾ ਹੈ ਰਤਾ, ਉਹਦਾ ਮੀਨਿੰਗ ਡਿਫਰੈਂਟ ਹੈ। ਉਹਦਾ ਮੀਨਿੰਗ ਹੁੰਦਾ ਜ਼ਰਾ ਕੋ, ਰਤਾ ਕੋ। ਪਰ ਇੱਥੇ ਅਦਕ ਲਗਾ ਕੇ ਬੋਲਣਾ ਹੈ ਰੱਤੇ ਸਹੀ। ਰੱਤੇ ਮਾਨੇ ਰੰਗੇ ਹੋਏ। ਸਹੀ ਉਹ ਲੋਕ, ਉਹ ਹੀ ਅਸਲ ਵਿੱਚ ਰੰਗੇ ਹੋਏ ਹਨ। ਰੰਗੇ ਹੋਏ ਤੋਂ ਭਾਵ ਅਰਥ ਹੈ ਪਿਆਰ ਦੇ ਵਿੱਚ ਰੰਗੇ ਹੋਏ, ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ। तो गुरु साहब कह रहे हैं कि रत्ते से ही जे मैंने जेड़े मुख ना मोड़न। मुख भाव मुंह, ना मोड़न नहीं मोड़ दे। मुख मोड़न तो भाव की हुंदा है किसी पासे वालों इनकारी हो जाना, ना कर देनी। पर जिन्हां नूं प्यार हो जाता है वो फिर कदी ना नहीं करते, कदी आखा भी नहीं मोड़ते। जिन्हां दा गुरु नाल प्यार है वो गुरु के हुक्म नूं कदी ना नहीं करते। ਭਾਵ ਗੁਰੂ ਤੋਂ ਮੁਖ ਨਹੀਂ ਮੋੜਦੇ। ਮੁਖ ਮੋੜਨ ਦਾ ਭਾਵ ਹੀ ਹੁੰਦਾ ਹੈ ਕਿ ਮੇਰੀ ਰਾਏ ਤੁਹਾਡੇ ਨਾਲ ਨਹੀਂ ਮਿਲਦੀ, ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ, ਮੈਂ ਤੁਹਾਡੀ ਗੱਲ ਨਹੀਂ ਮੰਨ ਸਕਦਾ। ਤੋ ਪਿਆਰ ਦੇ ਵਿੱਚ ਇਹ ਜਿਹਦੇ ਨਾਲ ਪਿਆਰ ਹੈ ਉਹਦੀ ਗੱਲ ਮੋੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਉਸੇ ਚੀਜ਼ ਨੂੰ ਇੱਥੇ ਗੁਰੂ ਸਾਹਿਬ ਐਕਸਪਲੇਨ ਕਰ ਰਹੇ ਹਨ ਕਿ ਰੱਤੇ ਸਹੀ ਜੇ ਮੁਖ ਨਾ ਮੋੜਨ, ਜਿਨੀ ਸਿੰਝਾਤਾ ਸਾਈ। ਸਿੰਝਾਤਾ ਲਫ਼ਜ਼ ਜਿਹੜਾ ਹੈ ਉਹਦਾ ਆਖਰੀ ਅਰਥ ਹੁੰਦਾ ਹੈ ਜਿਹਦੇ ਨਾਲ ਸਾਂਝ ਹੈ, ਜਿਹਦੇ ਨਾਲ ਰਿਸ਼ਤਾ ਹੈ। ਸਿੰਝਾਣ ਵੈਸੇ ਜਾਣ ਪਛਾਣ ਦੇ ਅਰਥਾਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਕਿ ਜਿਵੇਂ ਕੋਈ ਕਹਿੰਦਾ ਨਾ ਬੰਦਾ ਮੈਨੂੰ ਪਛਾਣਿਆ, ਮੈਨੂੰ ਸਿੰਝਾਤਾ ਹੀ, ਮੈਨੂੰ ਪਛਾਣਿਆ ਹੀ। ਤੋ ਜਾਣ ਪਛਾਣ ਕਦੋਂ ਹੁੰਦੀ ਹੈ? ਜਦੋਂ ਕੋਈ ਸੰਬੰਧ ਜੁੜ ਜਾਂਦਾ ਹੈ। ਤੋ ਜਿਨ੍ਹਾਂ ਨੇ ਸਾਈਂ ਨੂੰ ਸਿੰਝਾਣਿਆ ਹੈ, ਜਿਨ੍ਹਾਂ ਦੀ ਸਾਈਂ ਦੇ ਨਾਲ, ਮਾਲਕ ਦੇ ਨਾਲ ਜਾਣ ਪਛਾਣ ਹੈ, ਸਾਂਝ ਹੈ, ਉਹ ਕਦੀ ਵੀ ਉਸ ਪ੍ਰਭੂ ਦੇ ਹੁਕਮ ਤੋਂ ਮੂੰਹ ਨਹੀਂ ਮੋੜਦੇ, ਉਹਨੂੰ ਕਦੀ ਭੁਲਾਉਂਦੇ ਨਹੀਂ ਹਨ, ਉਹਦੀ ਰਜ਼ਾ ਦੇ ਵਿੱਚ ਹਮੇਸ਼ਾ ਰਾਜ਼ੀ ਰਹਿੰਦੇ ਹਨ। ਸੋ ਪਹਿਲੀ ਪੰਕਤੀ ਵਿੱਚ ਹੁਕਮ ਰਜ਼ਾਈ ਚੱਲਣਾ ਦੀ ਹੀ ਵਿਆਖਿਆ ਹੈ ਕਿ ਰੱਤੇ ਸਹੀ ਜੇ ਮੁਖ ਨਾ ਮੋੜਨ, ਜਿਨੀ ਸਿੰਝਾਤਾ ਸਾਈਂ। ਪਰ ਇਹਦੇ ਉਲਟ ਝੜ ਝੜ ਪਵਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਝੜ ਝੜ ਪਾਉਂਦੇ, ਝੜ ਝੜ ਪਾਉਂਦੇ ਮਤਲਬ ਝੜ ਜਾਂਦੇ ਹਨ, ਡਿੱਗ ਪੈਂਦੇ ਹਨ, ਵੱਖਰੇ ਹੋ ਜਾਂਦੇ, ਟੁੱਟ ਪੈਂਦੇ ਹਨ। ਜਿਵੇਂ ਕਿਸੇ ਦਰਖਤ ਤੋਂ ਪਤਝੜ ਦੀ ਰੁੱਤ ਦੇ ਵਿੱਚ ਪੱਤੇ ਝੜ ਜਾਂਦੇ ਹਨ। ਜਿਹੜੇ ਪੱਤੇ ਇੱਕ ਵਾਰੀ ਝੜ ਪੈਂਦੇ ਹਨ, ਟੁੱਟ ਕੇ ਗਿਰ ਜਾਂਦੇ ਹਨ, ਉਹ ਮੁੜ ਕੇ ਪੇੜ ਦੇ ਨਾਲ ਫਿਰ ਜੁੜਦੇ ਨਹੀਂ ਹਨ। ਉਹ ਕੱਚੇ ਬਿਰਹੀ ਕੀ ਹੋਏ? ਬਿਰਹਾ ਦਾ ਮੀਨਿੰਗ ਹੁੰਦਾ ਹੈ ਵਿਛੋੜੇ ਦੀ, ਜਿਨ੍ਹਾਂ ਨੂੰ ਅਹਿਸਾਸ, ਵਿਛੋੜੇ ਦਾ ਜਿਨ੍ਹਾਂ ਨੂੰ ਅਹਿਸਾਸ ਹੁੰਦਾ ਹੈ, ਕਸਕ ਹੁੰਦੀ, ਵਿਛੋੜੇ ਦੀ ਪੀੜ ਹੁੰਦੀ ਹੈ। ਤੋ ਕੱਚੇ ਬਿਰਹੀ ਉਹ ਜਿਨ੍ਹਾਂ ਦੀ ਪੀੜ ਅਜੇ ਕੱਚੀ ਹੈ, ਜਿਨ੍ਹਾਂ ਨੂੰ ਅਜੇ ਪੱਕਾ ਪਿਆਰ ਨਹੀਂ ਹੈ, ਪ੍ਰਭੂ ਦੇ ਨਾਲ ਪ੍ਰੇਮ ਨਹੀਂ ਹੈ। ਉਹ ਸਿਰਫ ਐਵੇਂ ਗੱਲਾਂ ਮੂੰਹ ਜ਼ਬਾਨੀ ਦੀਆਂ ਹੀ ਪਿਆਰ ਦੀਆਂ ਗੱਲਾਂ ਕਰਦੇ ਹਨ। ਉਹਨਾਂ ਦੇ ਅੰਦਰ ਅਜੇ ਵਿਛੋੜੇ ਦਾ ਅਸਲ ਨਹੀਂ ਹੈ, ਵਿਛੋੜੇ ਦੀ ਤਕਲੀਫ ਨਹੀਂ ਹੈ ਉਹਨਾਂ ਨੂੰ। ਤੋ ਕੱਚੇ ਬਿਰਹੀ ਉਹ ਹਨ ਜਿਨ੍ਹਾਂ ਦੀ ਪ੍ਰੀਤ ਅਜੇ ਕਮਜ਼ੋਰ ਹੈ,
रिश्ता बन गया तां भी ठीक है, ना बनया तां भी ठीक है, कोई नहीं गल। रब नाल बन गया तां भी ठीक है, माया नाल बन गया तां भी ठीक है। वो कच्चे प्यार वाले हैं। तो जिन्हां दी डूंघी साझ है, जिन्हां ने साईं नूं समझाता है, जिन्हां ने ਉਹਦੇ ਨਾਲ ਜਾਣ ਪਛਾਣ ਪਾ ਲਈ ਹੈ, ਡੂੰਘਾ ਰਿਸ਼ਤਾ ਬਣ ਗਿਆ ਹੈ, ਉਹ ਕਦੀ ਮੂੰਹ ਨਹੀਂ ਮੋੜਦੇ, ਕਦੀ ਨਾ ਨੁੱਕਰ ਨਹੀਂ ਕਰਦੇ। ਪਰ ਜਿਨ੍ਹਾਂ ਦੇ ਅੰਦਰ ਪਿਆਰ ਅਜੇ ਕੱਚਾ ਹੈ, ਅੜਚੜ ਪਾਉਂਦੇ ਕੱਚੇ ਬਿਲ, ਉਹ ਮੁੜ ਮੁੜ ਕੇ ਟੁੱਟ ਜਾਂਦੇ ਹਨ। ਕਦੀ ਦਿਲ ਕਰਦਾ ਹੈ ਤੇ ਰੱਬ ਦੀ ਸਿਫਤ ਸਲਾਹ ਕਰ ਲੈਂਦੇ ਹਨ, ਕਿ ਉਹਨੂੰ ਯਾਦ ਕਰ ਲੈਂਦੇ ਹਨ। ਕਦੀ ਮਾਇਆ ਚੰਗੀ ਲੱਗਣ ਲੱਗ ਪੈਂਦੀ ਹੈ ਤੇ ਮਾਇਆ ਨਾਲ ਜੁੜ ਜਾਂਦੇ ਹਨ। ਜਿਵੇਂ ਕਮਜ਼ੋਰ ਕੱਚੇ ਪੱਤੇ ਟਾਹਣੀ ਨਾਲੋਂ ਟੁੱਟ ਜਾਂਦੇ ਹਨ, ਤਿਵੇਂ ਹੀ ਉਹ ਵੀ ਝੜ ਜਾਂਦੇ ਹਨ। ਜਿੰਨਾ ਕਾਰ ਨਾ ਆਈ, ਕਾਰ ਨਾ ਆਈ ਦੇ ਅਰਥ ਵੈਸੇ ਸਾਹਿਬ ਜੀ ਨੇ ਕੀਤੇ ਹਨ ਕਿ ਜਿਨ੍ਹਾਂ ਨੂੰ ਇਹ ਪ੍ਰੇਮ ਦੀ ਦਵਾਈ ਕਾਰ ਨਹੀਂ ਆਈ, ਭਾਵ ਜਿਨ੍ਹਾਂ ਉੱਤੇ ਕਾਰਗਰ ਨਹੀਂ ਹੋਈ, ਜਿਨ੍ਹਾਂ ਨੂੰ ਮਾਫਕ ਨਹੀਂ ਆਈ। ਵੈਸੇ ਹਰਬੰਸ ਸਿੰਘ ਜੀ ਨੇ ਦੇ ਅਰਥ ਕੀਤੇ ਹਨ, ਜਿਨ੍ਹਾਂ ਕਾਰ ਨਾ ਆਈ, ਕਿ ਜਿਨ੍ਹਾਂ ਨੂੰ ਇਹ ਪ੍ਰੇਮ ਦੀ ਕਾਰ ਕਰਨੀ ਨਹੀਂ ਆਈ, ਜਿਨ੍ਹਾਂ ਨੂੰ ਇਹ ਪ੍ਰੇਮ ਦਾ ਰਿਸ਼ਤਾ ਨਿਭਾਉਣਾ ਨਹੀਂ ਆਇਆ। ਭਾਵ ਅਰਥ ਤਾਂ ਰਲਦੇ ਮਿਲਦੇ ਹੀ ਹਨ, ਪਰ ਅਖਰੀ ਅਰਥ ਉਹਨਾਂ ਨੇ ਵੱਖੋ ਵੱਖਰੇ ਕੀਤੇ ਨੇ। ਇਹ ਜਿਹੜੇ ਕੱਚੇ ਪ੍ਰੇਮੀ ਹਨ, ਜਿਨ੍ਹਾਂ ਦਾ ਪ੍ਰਭੂ ਨਾਲ ਰਿਸ਼ਤਾ ਪੱਕਾ ਨਹੀਂ ਹੈ, ਜਿਨ੍ਹਾਂ ਦੇ ਅੰਦਰ ਉਹ ਦ੍ਰਿੜਤਾ ਨਹੀਂ ਹੈ, ਉਹ ਕਦੀ ਰੱਬ ਦੇ ਨਾਲ ਸੰਬੰਧ ਜੋੜਦੇ ਹਨ, ਕਦੀ ਟੁੱਟ ਜਾਂਦੇ ਹਨ। ਕਦੀ ਉਹਨਾਂ ਨੂੰ ਪ੍ਰਭੂ ਦੀ ਯਾਦ ਆ ਜਾਂਦੀ ਹੈ, ਕਦੀ ਮਤਲਬ ਪੈਂਦਾ ਹੈ ਤੇ ਪ੍ਰਭੂ ਨੂੰ ਯਾਦ ਕਰ ਲੈਂਦੇ ਹਨ। ਕਦੀ ਮਾਇਆ ਚੰਗੀ ਲੱਗਦੀ ਹੈ ਤੇ ਮਾਇਆ ਵਾਲੇ ਪਾਸੇ ਤੁਰ ਪੈਂਦੇ ਹਨ। ਉਹਨਾਂ ਨੂੰ ਇਹ ਪ੍ਰੇਮ ਦੀ ਰੀਤ ਨਿਭਾਣੀ ਆਈ ਨਹੀਂ ਹੈ, ਉਹਨਾਂ ਨੂੰ ਇਹ ਮਾਫਕ ਵੀ ਨਹੀਂ ਆਇਆ ਕਿ ਬਈ ਉਹ ਪੱਕੀ ਪ੍ਰੀਤ ਪ੍ਰਭੂ ਦੇ ਨਾਲ ਜੋੜ ਲੈਣ। ਸੋ ਇਹ ਇਸ ਸ਼ਲੋਕ ਦੇ ਅੰਦਰ ਦੋਨਾਂ ਦਾ ਕੰਟਰਾਸਟ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਹੈ। ਉਹ ਜਿਹੜੇ ਪ੍ਰਭੂ ਦੇ ਰੰਗ ਵਿੱਚ, ਪਿਆਰ ਦੇ ਰੰਗ ਵਿੱਚ ਰੰਗੇ ਹੋਏ ਹਨ, ਉਹ ਉਹਦੇ ਵੱਲੋਂ ਕਦੀ ਮੂੰਹ ਨਹੀਂ ਮੋੜਦੇ। ਜਿਨ੍ਹਾਂ ਦੀ ਜਾਣ ਪਛਾਣ ਪ੍ਰਭੂ ਦੇ ਨਾਲ ਤੇ ਜਿਨ੍ਹਾਂ ਦਾ ਪਿਆਰ ਪ੍ਰਭੂ ਦੇ ਨਾਲ ਪੱਕਾ ਹੈ, ਉਹ ਕਦੀ ਵੀ ਉਹਦੀ ਰਜ਼ਾ ਤੋਂ ਮੂੰਹ ਨਹੀਂ ਮੋੜਦੇ। ਪਰ ਜਿਹੜੇ ਹਨ ਸਿਰਫ ਡੰਗ ਟਪਾਊ ਵਾਲੇ ਕੰਮ ਕਰਦੇ ਹਨ, ਝੜ ਪਾਉਂਦੇ ਕੱਚੇ ਬਰੀ, ਜਿਨ੍ਹਾਂ ਦੀ ਪ੍ਰੀਤ ਵੀ ਕੱਚੀ ਹੈ, ਉਹਨਾਂ ਨੂੰ ਇਹ ਪ੍ਰੀਤ ਨਿਭਾਣੀ ਆਉਂਦੀ ਨਹੀਂ ਹੈ। ਉਹ ਪ੍ਰੀਤ ਦੇ ਨਾਲ ਆਪਣਾ ਸੰਬੰਧ ਜਿਹੜਾ ਹੈ ਪੱਕਾ ਨਹੀਂ ਜੋੜਦੇ, ਉਹਨਾਂ ਨੂੰ ਇਹ ਪੱਕੀ ਪ੍ਰੀਤ ਪਾਣੀ ਮਾਫਕ ਨਹੀਂ ਆਉਂਦੀ। तो ये दोनों का आपस में कंट्रास्ट है। कहा जा सकता है कि भाई पहली पंक्ति में गुरमुखों की गल है, दूजी पंक्ति में मन के मगर तुरन वाले मनमुखों की गल है। दूसरे श्लोक के अंदर हम गुरु साहब फरमाते हैं, धनी विहूणा पाट पटंबर पाही सेती जाले, तूड़ी विच लुडंदड़ी सोहा नानक तै शह नाले। धनी, धनी का आखिरी अर्थ होता है मालक। अन तो ही बनया लफज धनी, लेकिन उसका अर्थ है मालक। आम तौर पर व्यापारी लोग, खास तौर पर गुजराती भी और मारवाड़ के लोग जड़े हैं, जड़ा बायर होंदा है, परचेजर होंदा है, जिहदे कोल पैसा है, जिन्हें समान खरीदना है, उन्होंने धनी कहते हैं। तो साडे नाल भी कोई दो बारी होया, कुछ लोग मिले जड़े इत्थों के गुजरात वाले सन, वो कहने सीधा हमारी धनी से बात कराओ जी, सीधी धनी से बात करो, जिन्हें माल लैना उहदे नाल गल कराओ सीधी, विचकारले नाल असीं विचोले नाल गल नहीं करनी। तो धनी का अर्थ होता है मालक। धनी विहूणा पाट पटंबर, धनी विहूणा उस मालक की याद तो बिना। विहूणा का अर्थ होता है बगैर, उस तो बिना। सो मालक की याद तो बिना पाट पटंबर, पाट कहते हैं रेशम नूं, ते पटंबर हो गया रेशम का कपड़ा। पट जमा अंबर, पट का अर्थ रेशम, अंबर मैंने कपड़ा, तो रेशमी कपड़ा। पटंबर का अर्थ हो गया रेशमी कपड़ा। तो रेशम नाल बने हुए, रेशम के बने हुए पटंबर पाही सेती जाले। पाही कहते हैं, पा तो लफज बनया है, पा मैंने अग। गुरु साहब कहते हैं कि मैं तो उस प्रभु की याद तो भी हुणे ਜਿਹੜੇ ਰੇਸ਼ਮੀ ਕੱਪੜੇ ਹਨ, ਭਾਵ ਜਿਹੜੇ ਸੁਖ ਆਰਾਮ ਦੇ ਸਾਧਨ ਹਨ। ਰੇਸ਼ਮੀ ਕੱਪੜੇ ਉਹੀ ਲੋਕ ਅਫੋਰਡ ਕਰਦੇ ਹਨ ਜਿਨ੍ਹਾਂ ਕੋਲ ਥੋੜੀ ਮਾਇਆ ਜ਼ਿਆਦਾ ਹੁੰਦੀ ਹੈ, ਸੌਖੇ ਹੁੰਦੇ ਹਨ ਪੈਸਾ ਪਦਾਰਥਾਂ ਵੱਲੋਂ।
ਤੇ ਰੇਸ਼ਮੀ ਕੱਪੜੇ ਸਰੀਰ ਵਾਸਤੇ ਸੁਖਦਾਇਕ ਵੀ ਮੰਨੇ ਜਾਂਦੇ ਹਨ, ਆਰਾਮਦਾਇਕ ਮੰਨੇ ਜਾਂਦੇ ਹਨ। तो ऐसे सुख आराम ਦੇ ਸਾਧਨ ਗੁਰੂ ਸਾਹਿਬ ਕਹਿੰਦੇ ਹਨ ਕਿ ਭਾਈ ਸੇਤੀ ਜਾਲੇ, ਅੱਗ ਨਾਲ ਸਾੜ ਦਿੱਤੇ ਹਨ। ਕਿ ਜਿਨ੍ਹਾਂ ਸੁਖ ਦੇ ਸਾਧਨਾਂ ਨੂੰ, ਜਿਹੜੇ ਮਾਇਆ ਦੇ ਪਦਾਰਥਾਂ ਨੂੰ ਵਰਤ ਕੇ ਪ੍ਰਭੂ ਦੀ ਯਾਦ ਨਾ ਆਵੇ, ਉਸ ਦੀ ਯਾਦ ਤੋਂ ਵਾਂਝਿਆ ਕਰ ਦੇਣ ਜਿਹੜੇ ਸੁਖ ਦੇ ਸਾਧਨ, ਉਹਨਾਂ ਨੂੰ ਤਾਂ ਮੈਂ ਅੱਗ ਨਾਲ ਜਿਵੇਂ ਸਾੜ ਛੱਡਿਆ ਹੈ। ਭਾਈ ਸੇਤੀ ਜਾਲੇ, ਜਾਲੇ ਮੈਨੇ ਜਾਲ ਦਿੱਤੇ ਹਨ, ਸਾੜ ਦਿੱਤੇ ਹਨ, ਜਲਾ ਦਿੱਤੇ ਹਨ। ਇਸ ਕਰਕੇ ਕਿ ਜੇ ਇਹਨਾਂ ਸੁਖ ਆਰਾਮ ਦੇ ਸਾਧਨਾਂ ਦੇ ਵਿੱਚ ਖਚਤ ਹੋ ਕੇ, ਜੇ ਇਹਨਾਂ ਨੂੰ ਮੰਨਦਿਆਂ ਹੋਇਆਂ ਹੀ ਪ੍ਰਭੂ ਦੀ ਯਾਦ ਹਿਰਦੇ ਵਿੱਚੋਂ ਰਹਿ ਜਾਣੀ ਹੈ, ਭੁੱਲ ਜਾਣੀ ਹੈ, ਹਿਰਦਾ ਧਨੀ ਵਿਹੂਣਾ ਬਣ ਜਾਣਾ ਹੈ, ਤਾਂ ਇਹ ਸੁਖ ਆਰਾਮ ਦੇ ਸਾਧਨ ਕਿਸੇ ਕੰਮ ਨਹੀਂ ਹਨ। ਤਾਂ ਇਹਨਾਂ ਨੂੰ ਤਾਂ ਸਾੜ ਦੇਣਾ ਹੀ ਚੰਗਾ। ਪਰ ਜੇ ਇਹਨਾਂ ਨੂੰ ਵਰਤਦਿਆਂ ਹੋਇਆਂ ਵੀ ਪ੍ਰਭੂ ਯਾਦ ਰਵੇ, ਪ੍ਰਭੂ ਦੇ ਨਾਲ ਪਿਆਰ ਬਣਿਆ ਰਵੇ, ਤਾਂ ਫਿਰ ਇਹ ਸੁਖ ਆਰਾਮ ਦੇ ਸਾਧਨ ਵੀ ਵਰਤਨ ਲਾਇਕ ਹਨ, ਮੁਬਾਰਕ ਹਨ। तो जो टेस्ट है वो ये है कि प्रभु की याद हिरदे च वसती है कि नहीं वसती। जे मायक पदार्थां दे सुख आराम दे साधन प्रभु तो विछोड़ा पाउण दा कारण बनते हैं, तो इन्हां नूं त्याग देना ही भला। पर जे इन्हां नूं वरतदिआं होइआं भी हिरदे विच प्रभु की याद बनी रहे, प्रभु नाल प्यार बनिया रहे, तो फिर वरतों के साधन वरत लेने जायज़ हैं, मुबारक हैं। पर गुरु साहब कह रहे हैं यही गल कि जे धनी भी होना पाठ पटंबर है, जे ये साधन वरतियां होया प्रभु की याद हिरदे विचों भुल जाती है, रह जाती है, तो फिर तो इन्हां नूं अग नाल साड़ देना ही चंगा, भाव इन्हां दा त्याग कर देना ही चंगा। ते इन्हां तो बिना गुरु साहब कहते हैं कि धूड़ी विच लुडंदड़ी सोहां नानक तै शह नाले। शह दा अर्थ भी मालक है, खसम। जे मालक दे नाल रहना मिल जावे ਤਾਂ ਧੂੜੀ ਵਿੱਚ ਲੁਡੰਦੜੀ, ਮਿੱਟੀ ਘੱਟੇ ਦੇ ਵਿੱਚ ਵੀ ਲਿਬੜੀ ਹੋਈ। ਲੁਡੰਦੜੀ ਦਾ ਭਾਵ ਹੁੰਦਾ ਹੈ ਉਹਦੇ ਅੰਦਰ ਲੇਟੇ ਹੋਣਾ ਜਾਂ ਉਹਦੇ ਨਾਲ ਲਿਬੜ ਜਾਣਾ। ਤਾਂ ਧੂੜੀ ਦੇ ਨਾਲ ਲਿਬੜੀ ਹੋਈ, ਧੂੜੀ ਦੇ ਵਿੱਚ ਜੇ ਜ਼ਮੀਨ ਤੇ ਕੋਈ ਬੰਦਾ ਲੇਟੇਗਾ ਤਾਂ ਮਿੱਟੀ ਨਾਲ ਭਰ ਜਾਏਗਾ। ਤਾਂ ਲੁਡੰਦੜੀ ਉੱਥੇ ਪਾਸੇ ਪਲਟ ਕੇ ਮਿੱਟੀ ਨਾਲ ਭਰ ਜਾਣਾ। ਧੂੜੀ ਵਿੱਚ ਲੁਡੰਦੜੀ ਭਾਵ ਕਿ ਸੁੱਖ ਆਰਾਮ ਦੇ ਸਾਧਨਾਂ ਤੋਂ ਵਾਂਝਿਆ ਹੋ ਜਾਣਾ। ਮਾਇਕ ਪਦਾਰਥ ਜਿਹਦੇ ਕੋਲ ਨਾ ਹੋਣ, ਉਹਨੂੰ ਹੀ ਧਰਤੀ ਦੇ ਉੱਤੇ ਬਿਨਾਂ ਕਿਸੇ ਬਿਸਤਰੇ ਤੋਂ, ਬਿਨਾਂ ਕਿਸੇ ਗਦੇਲੇ ਤੋਂ ਮਿੱਟੀ ਦੇ ਉੱਤੇ ਹੀ ਸੌਣਾ ਪਵੇਗਾ, ਲੇਟਣਾ ਪਵੇਗਾ। ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਵੀ ਮੁਬਾਰਕ ਹੈ, ਮੈਂ ਉਹਦੇ ਵਿੱਚ ਵੀ ਆਪਣੇ ਆਪ ਨੂੰ ਸੋਹਣੀ ਸਮਝਦੀ ਹਾਂ ਜੇ ਉਸ ਸ਼ਹਿ ਦਾ, ਮਾਲਕ ਦਾ ਸਾਥ ਮਿਲਿਆ ਰਵੇ। ਤਾਂ ਉਹ ਜੀਵ ਇਸਤਰੀ ਸੋਹਣੀ ਹੈ ਜਿਹੜੀ ਭਾਵੇਂ ਮਿੱਟੀ ਦੇ ਵਿੱਚ ਲਿਬੜੀ ਹੋਵੇ, ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸ਼ਹਿ ਨਾਲੇ। ਜੇ ਉਹਦੇ ਹਿਰਦੇ ਦੇ ਵਿੱਚ ਪ੍ਰਭੂ ਦੀ ਯਾਦ ਕਾਇਮ ਹੈ, ਉਹਦੀ ਯਾਦ ਨਾਲ ਜੁੜੀ ਹੋਈ, ਮਿੱਟੀ ਨਾਲ ਲਿਬੜੀ ਹੋਈ ਵੀ ਜੀਵ ਇਸਤਰੀ ਸੋਹਣੀ ਹੈ। ਪਰ ਜੇ ਪ੍ਰਭੂ ਦੀ ਯਾਦ ਹਿਰਦੇ ਚੋਂ ਵਿਸਰ ਜਾਏ, ਭੁੱਲ ਜਾਏ, ਤਾਂ ਰੇਸ਼ਮੀ ਕੱਪੜੇ ਵੀ ਤਿਆਗਣ ਯੋਗ ਹਨ, ਅੱਗ ਵਿੱਚ ਸਾੜਨ ਯੋਗ ਹਨ। तो इस श्लोक के अंदर जो मेन सुनिया है वो है कि हिरदे दे विच प्रभु की याद वसनी चाहिए है। दुनियावी पदार्थ मिल गए या ना मिल गए, इसकी कोई रेलीवेंस नहीं है। दोनों ही हालातों के अंदर जे प्रभु की याद हिरदे विच है तो पदार्थ मिले हुए भी मुबारक हैं, ना मिले हुए भी सोहने हैं, चंगे हैं, कोई ऐसी गल नहीं। धूड़ी विच लुडंदड़ी सोहा, मिट्टी च लिबड़ी हुई भी सोहनी है जे प्रभु नाल है, कि प्रभु की याद हिरदे विच है। ते जे याद नहीं है तो रेशमी कपड़े भी साड़न योग हैं, त्यागन योग हैं। तो क्राइटेरिया है प्रभु की याद हिरदे च वसनी, ना कि पदार्थों का होना या उन्हों की अनहोंद। होंद भी कोई क्रेडिट नहीं है, कोई चंगी गल नहीं है जे याद नहीं है, ते अनहोंद भी कोई माड़ी गल नहीं है जे याद हिरदे विच है। अगला श्लोक नंबर तीसरा, 3 नंबर। गुर के शब्द आराधी है, नाम रंग बैराग, जीते पंच बैराइया, नानक सफल मारू एह राग। गुर के शब्द आराधी है, शब्द दे राही, शब्द दे दद्दे नूं है सियारी,
गुर कै शब्द, गुरु दे शब्द के द्वारा आराधी है, आराधना करनी चाहिए है, याद करना चाहिए है, प्रभु ਨੂੰ ਚੇਤੇ ਕਰਨਾ ਚਾਹੀਦਾ ਹੈ, ਸਿਮਰਨਾ ਚਾਹੀਦਾ ਹੈ। ਨਾਮ ਰੰਗ, ਨਾਮ ਦੇ ਰੰਗ ਦੇ ਵਿੱਚ ਰੰਗੇ ਜਾ ਕੇ, ਨਾਮ ਦੇ ਰੰਗ ਵਿੱਚ, ਪਿਆਰ ਦੇ ਵਿੱਚ ਰੰਗੇ ਜਾ ਕੇ, ਨਾਮ ਦੇ, ਪ੍ਰਭੂ ਦੇ ਨਾਮ ਦੇ ਪਿਆਰ ਦੇ ਵਿੱਚ ਜੁੜ ਕੇ, ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਬੈਰਾਗ ਪ੍ਰਾਪਤ ਹੋ ਜਾਂਦਾ ਹੈ, ਬੈਰਾਗ ਦੀ ਅਵਸਥਾ ਮਿਲ ਜਾਂਦੀ ਹੈ। ਕਿਹੜਾ ਬੈਰਾਗ? ਇੱਥੇ ਉਸ ਬੈਰਾਗ ਦੀ ਗੱਲ ਨਹੀਂ ਹੋ ਰਹੀ ਜੋ ਦੁਨਿਆਵੀ ਆਮ ਦੁਨੀਆ ਦੇ ਵਿੱਚ ਅਸੀਂ ਲੋਕਾਂ ਦੇ ਕੋਲੋਂ ਬੈਰਾਗ ਦੀਆਂ ਗੱਲਾਂ ਸੁਣਦੇ ਹਾਂ ਕਿ ਉਹ ਤਾਂ ਜੀ ਬੈਰਾਗੀ ਹੋ ਗਏ, ਉਹਨਾਂ ਨੇ ਤੇ ਘਰ-ਬਾਰ ਤਿਆਗ ਦਿੱਤਾ, ਉਹ ਤੇ ਜੰਗਲਾਂ ਨੂੰ ਚਲੇ ਗਏ, ਉਹ ਬੈਰਾਗ ਧਾਰਨ ਕਰ ਲਿਆ ਉਹਨਾਂ ਨੇ। ਕੋਈ ਬੈਰਾਗ, ਉਹ ਬੈਰਾਗ ਨਹੀਂ ਹੈ। ਬੈਰਾਗ ਦਾ ਭਾਵ ਹੈ ਵਿਕਾਰਾਂ ਦੀ ਖਿੱਚ ਵੱਲੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ, ਵਿਕਾਰਾਂ ਦੀ ਖਿੱਚ ਤੋਂ ਬਚ ਕੇ ਰਹਿਣਾ, ਉਹ ਬੈਰਾਗ ਹੈ। ਵਿਕਾਰ ਜਾਂ ਮਾਇਆ ਦਾ ਪਿਆਰ ਸਾਨੂੰ ਆਪਣੀ ਜਕੜ ਵਿੱਚ ਨਾ ਲੈ ਸਕੇ। ਵਿਕਾਰਾਂ ਵੱਲੋਂ, ਮਾਇਆ ਵੱਲੋਂ ਉਪਰਾਮਤਾ, ਹੁਣ ਮਾਇਆ ਤੋਂ ਉਪਰਾਮਤਾ ਦਾ ਭਾਵ ਇਹ ਨਹੀਂ ਹੈ ਕਿ ਵੀ ਦੁਨੀਆ ਦੇ ਵਿੱਚ ਰਹਿਣਾ ਛੱਡ ਦਿਓ। ਮਾਇਆ ਦੀ ਖਿੱਚ ਨਹੀਂ ਹੈ, ਜਿਵੇਂ ਆਮ ਇੰਗਲਿਸ਼ ਵਿੱਚ ਵੀ ਕਹਿੰਦੇ ਹਨ ਨਾ ਕਿ that money is not bad but lust of money is bad। ਤੋ ਜਿਹੜੀ ਮਾਇਆ ਦੀ ਪਕੜ ਹੈ ਉਹ ਮਾੜੀ ਹੈ, ਉਸ ਪਕੜ ਤੋਂ ਬਚ ਕੇ ਰਹਿਣਾ ਹੀ ਬੈਰਾਗ ਹੈ। ਮਾਇਆ ਦੀ ਵਰਤੋਂ ਕਰਦਿਆਂ ਹੋਇਆਂ ਵੀ ਮਾਇਆ ਦੀ ਖਿੱਚ ਤੋਂ ਬਚੇ ਰਹਿਣ ਵਾਲਾ ਬੈਰਾਗੀ ਹੋ ਸਕਦਾ ਹੈ। ਤੋ ਜਿਹੜਾ ਗੁਰੂ ਦੇ ਸ਼ਬਦ ਦੇ ਰਾਹੀਂ ਪ੍ਰਭੂ ਨੂੰ ਚੇਤੇ ਕਰ ਰੱਖਦਾ ਹੈ, ਜਿਹੜਾ ਉਹਦੇ ਨਾਮ ਦੇ, ਉਹਦੀ ਵਡਿਆਈ ਦੇ, ਉਹਦੇ ਪਿਆਰ ਦੇ ਰੰਗ ਦੇ ਵਿੱਚ ਰੰਗਿਆ ਹੁੰਦਾ ਹੈ, ਉਹ ਵੀ ਬੈਰਾਗੀ ਹੁੰਦਾ ਹੈ, ਜਿਹੜਾ ਉਹ ਮਾਇਆ ਦੀ ਖਿੱਚ ਤੋਂ ਉਪਰਾਮ ਹੁੰਦਾ ਹੈ, ਮਾਇਆ ਦੀ ਪਕੜ ਤੋਂ ਆਜ਼ਾਦ ਹੁੰਦਾ ਹੈ। ਤਾਂ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। ਪ੍ਰਭੂ ਦੇ ਨਾਮ ਦੀ ਬਰਕਤ ਦੇ ਨਾਲ, ਪ੍ਰਭੂ ਦੇ ਪਿਆਰ ਦੀ ਬਰਕਤ ਦੇ ਨਾਲ ਮਨ ਦੇ ਵਿੱਚ ਵਿਕਾਰਾਂ ਦੇ ਵੱਲੋਂ ਬੈਰਾਗ ਦੀ ਅਵਸਥਾ ਬਣ ਜਾਂਦੀ ਹੈ, ਉਪਰਾਮਤਾ ਬਣ ਜਾਂਦੀ ਹੈ। ਇਹ ਜੋ ਮਾਇਆ ਦੇ ਵਿਕਾਰ ਹਨ, ਇਹ ਮਨ ਨੂੰ ਆਪਣੀ ਪਕੜ ਵਿੱਚ ਲੈ ਨਹੀਂ ਸਕਦੇ, ਉਹਦੇ ਉੱਤੇ ਹਾਵੀ ਨਹੀਂ ਹੋ ਸਕਦੇ। तो ऐसे इंसान की की अवस्था बनती है कि जीते पंच बहराई है, ते वो एक काम, क्रोध, लोभ, मोह, हंकार ਜਿਹੜੇ ਪੰਜ ਵੈਰੀ ਹਨ ਇਨਸਾਨ ਦੇ, ਜੋ ਮਾਇਆ ਦੇ ਪੰਜ ਵਿਕਾਰ ਹਨ, ਉਹਨਾਂ ਦੇ ਉੱਤੇ ਐਸਾ ਇਨਸਾਨ ਜਿੱਤ ਪ੍ਰਾਪਤ ਕਰ ਲੈਂਦਾ ਹੈ, ਉਹਨਾਂ ਨੂੰ ਆਪਣੇ ਅਧੀਨ ਕਰ ਲੈਂਦਾ ਹੈ, ਉਹਨਾਂ ਦੇ ਅਧੀਨ ਨਹੀਂ ਰਹਿੰਦਾ, ਬਲਕਿ ਉਹ ਵਿਕਾਰ ਇਹਦੇ ਅਧੀਨ ਹੋ ਜਾਂਦੇ ਹਨ। ਜਿਵੇਂ ਸ੍ਰੀ ਰਾਗ ਦੇ ਵਿੱਚ ਆਉਂਦੇ ਨੇ, ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤਾਂ ਇਹਨਾਂ ਪੰਜ ਵਿਕਾਰਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ। ਇੱਥੇ ਵੀ ਉਹੀ ਗੱਲ ਹੈ ਕਿ ਗੁਰ ਕਾ ਸ਼ਬਦ ਆਰਾਧੀ ਹੈ, ਨਾਮ ਰੰਗ ਬੈਰਾਗ ਜੀਤੇ ਪੰਜ ਬੈਰਾਈ। ਤਾਂ ਇਹ ਪੰਜ ਵਿਕਾਰ ਜਿਹੜੇ ਹਨ ਵਸ ਵਿੱਚ ਆ ਜਾਂਦੇ ਹਨ। ਤਾਂ ਅੱਗੇ ਗੁਰੂ ਸਾਹਿਬ ਕਹਿੰਦੇ, ਨਾਨਕ ਸਫਲ ਮਾਰੂ ਇਹ ਰਾਗ, ਇਹ ਮਾਰੂ ਰਾਗ ਦਾ ਗਾਇਨ ਕੀਤਾ ਹੋਇਆ ਤਾਂ ਹੀ ਸਫਲ ਹੈ ਜੇ ਇਹ ਪੰਜ ਵਿਕਾਰ ਕਾਬੂ ਆ ਜਾਣ। ਗੁਰਬਾਣੀ ਦੇ ਅੰਦਰ ਕਈ ਸਾਰੇ ਰਾਗਾਂ ਦੇ ਨਾਲ ਸੰਬੰਧਿਤ ਪੰਕਤੀਆਂ ਗੁਰੂ ਸਾਹਿਬ ਨੇ ਉਚਾਰਨ ਕੀਤੀਆਂ ਹਨ। ਜਿਵੇਂ ਕੱਲ ਦੇ ਵੀ ਇੱਕ ਸਵਾਲ ਦੇ ਅੰਦਰ ਪੰਕਤੀ ਆਈ ਸੀ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। तो हर जगह उत्थे नाल कंडीशन लगी हुंदी है कि राग तां ही चंगा है जे राग प्रभु दे नाल प्यार पाण विच सही हुंदा है। ये राग तां चंगा है जे इहदे विच प्रभु दी याद हिरदे च वस जांदी है। तो हर जगह ते गल ये नाल जुड़ी हुंदी है। एक जगह गुरबाणी च भी पंक्ति आंदी है, तन सुराग सुरंगड़े अलापत सब तिख जाए, कि इन्हां नूं गायन करके जे माया की तृष्णा चली जाती है तो ये प्यार दे विच जोड़न वाले ये राग बन जाते हैं। तो वो धनता योग हैं जिहड़े राग प्रभु के प्यार दे प्रभु के नाल प्यार जोड़न दे विच सही हुंदे हैं, जिन्हां नूं गाया माया की तृष्णा का नाश हो जाता है, तो वो धनता के योग राग हैं। तो राग गुरु साहबान ने वरतों की है प्रभु की सिफत सलाह गायन करने वास्ते, पर वो तां ही चंगे हैं, तां ही सफल हैं जे ਉਹਦੇ ਰਾਹੀਂ ਪ੍ਰਭੂ ਦੀ ਕੀਤੀ ਹੋਈ ਸਿਫਤ ਸਲਾਹ ਪ੍ਰਭੂ ਦੇ ਨਾਲ ਪਿਆਰ ਦਾ ਸੰਬੰਧ ਜੋੜਨ ਵਿੱਚ ਸਹਾਈ ਹੁੰਦੀ ਹੈ।
ਵਿਕਾਰਾਂ ਦੇ ਉੱਤੇ ਕਾਬੂ ਪਾਉਣ ਵਿੱਚ ਸਹਾਈ ਹੁੰਦੀ ਹੈ। ਤੇ ਜੇ ਕੋਈ ਗੀਤ, ਨਾਦ ਆਦਿਕ ਮਨ ਨੂੰ ਵਿਕਾਰਾਂ ਵਾਲੇ ਪਾਸੇ ਲੈ ਜਾਂਦੇ ਹਨ, ਤਾਂ ਐਸਾ ਨੱਚਣਾ ਕੁੱਦਣਾ ਕੇਵਲ ਮਨ ਦਾ ਚਾਅ ਹੀ ਹੁੰਦਾ ਹੈ। ਉਹਦੇ ਨਾਲ ਫਿਰ ਪ੍ਰਭੂ ਦੇ ਨਾਲ ਪ੍ਰੀਤ ਪਾਉਣ ਵਿੱਚ ਉਹ ਸਹਾਈ ਨਹੀਂ ਹੁੰਦਾ। ਤਾਂ ਸਵਾਲ ਸਿਰਫ ਇਹ ਨਹੀਂ ਹੈ ਕਿ ਭਈ ਰਾਗ ਆਪਣੇ ਆਪ ਵਿੱਚ ਚੰਗਾ ਹੈ ਕਿ ਮਾੜਾ ਹੈ। ਕੋਈ ਰਾਗ ਆਪਣੇ ਆਪ ਵਿੱਚ ਚੰਗਾ ਨਹੀਂ, ਕੋਈ ਰਾਗ ਆਪਣੇ ਆਪ ਵਿੱਚ ਮਾੜਾ ਨਹੀਂ। ਉਹੀ ਰਾਗ ਸਫਲ ਹਨ, ਉਹੀ ਰਾਗ ਚੰਗੇ ਹਨ ਜਿਹੜੇ ਪ੍ਰਭੂ ਦੇ ਨਾਲ ਪ੍ਰੀਤ ਪਾਉਣ ਦੇ ਵਿੱਚ ਅਤੇ ਵਿਕਾਰਾਂ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਮਨ ਦੀ ਸਹਾਇਤਾ ਕਰਦੇ ਹਨ। ਤੋ ਇੱਥੇ ਵੀ ਗੁਰੂ ਸਾਹਿਬ ਨੇ ਮਾਰੂ ਰਾਗ ਦੀ ਗੱਲ ਕਰਦਿਆਂ ਹੋਇਆਂ ਇਹ ਗੱਲ ਸਮਝਾਈ ਹੈ ਕਿ ਜੀਤੇ ਪੰਚ ਬਹਿਰਾਈਆ ਨਾਨਕ ਸਫਲ ਮਾਰੂ ਇਹ ਰਾਗ। ਮਾਰੂ ਰਾਗ ਦੇ ਅੰਦਰ ਗਾਇਨ ਕੀਤਾ ਹੋਇਆ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੋਈ ਤਾਂ ਹੀ ਫਲਦਾਇਕ ਹੈ, ਚੰਗੀ ਹੈ, ਜੇ ਇਹ ਪੰਜ ਵਿਕਾਰਾਂ ਦੇ ਉੱਤੇ ਕਾਬੂ ਪਾਉਣ ਵਿੱਚ ਮਦਦਗਾਰ ਹੁੰਦਾ ਹੈ। ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੈਸੇ ਇੱਥੇ ਮਾਰੂ ਰਾਗ ਦੇ ਬਜਾਏ ਇਹਦੇ ਅਰਥ ਕੀਤੇ ਹਨ ਕਿ ਮਾਰ ਮੁਕਾਉਣ ਵਾਲੀ ਦਵਾਈ ਦੇ ਰੂਪ ਵਿੱਚ ਇਹਦੇ ਅਰਥ ਕੀਤੇ ਹਨ ਕਿ ਇਹ ਮਾਰਨ, ਪੰਜ ਵਿਕਾਰਾਂ ਨੂੰ ਮਾਰਨ ਵਾਲੀ ਇਹ ਦਵਾਈ ਹੈ ਜਿਹੜੀ ਵਿਕਾਰਾਂ ਨੂੰ ਮਾਰਨ ਵਿੱਚ ਸਫਲ ਹੁੰਦੀ ਹੈ। ਪਰ ਰਾਗ ਬਕਾਇਦਾ ਗੱਗੇ ਨੂੰ ਔਂਕੜ ਦੇ ਨਾਲ ਆਇਆ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਮਾਰੂ ਰਾਗ ਦਰਜ ਵੀ ਹੈ। ਤਾਂ ਮੈਨੂੰ ਇਹ ਲੱਗਿਆ ਕਿ ਇਹਦਾ ਅਰਥ ਰਾਗ ਵਾਲੇ ਹੀ ਜ਼ਿਆਦਾ ਸੂਟ ਕਰਦੇ ਹਨ ਕਿ ਉਹ ਰਾਗ ਤਾਂ ਹੀ ਸਫਲ ਹੈ ਜੇ ਇਹ ਪੰਜ ਵਿਕਾਰਾਂ ਨੂੰ ਕਾਬੂ ਕਰਨ ਦੇ ਵਿੱਚ ਮਦਦਗਾਰ ਹੁੰਦਾ ਹੈ। ਤਾਂ ਅਗਲਾ ਜੀ ਸ਼ਲੋਕ ਨੰਬਰ 4। ਜਾਂ ਮੂੰਹ ਇੱਕ ਲੱਖ ਤੋ ਜਿੱਤੀ ਪਿੰਨੇ ਦਰ ਕਿਤੜੇ, ਬਾਮਨ ਬਿਰਥਾ ਗਇਓ ਜਨਮ, ਜਿਨ ਕੀਤੋ ਸੋ ਵਿਸਰੇ। ਮੇਰੇ ਖਿਆਲ ਨਾਲ ਵਿਸ਼ਰਾਮ ਜਨਮ ਤੋਂ ਬਾਅਦ ਹੋਣਾ ਚਾਹੀਦਾ ਹੈ। ਬਿਰਥਾ ਗਇਓ ਜਨਮ, ਜਿਨ ਕੀਤੋ ਸੋ ਵਿਸਰੇ। ਖੈਰ, ਜਾਂ ਮੂੰਹ ਇੱਕ ਤਾਂ ਲੱਖ। ਤਾਂ ਮੂੰਹ ਤੋਂ ਭਾਵ ਹੈ ਮੇਰੇ ਵੱਲ। ਜਾਂ ਮੈਨੇ ਜੇ ਮੇਰੇ ਵੱਲ ਇੱਕ, ਜੇ ਇੱਕ ਪ੍ਰਭੂ ਮੇਰੇ ਵੱਲ ਹੈ। हे ਪ੍ਰਭੂ, ਜੇ ਤੂੰ ਇੱਕ ਮੇਰੇ ਵੱਲ ਹੈ। ਜਾਂ ਮੂੰਹ ਇੱਕ, ਜੇ ਇੱਕ ਪ੍ਰਭੂ ਮੇਰੇ ਨਾਲ ਹੈ, ਜੇ ਉਹ ਮੇਰੇ ਵੱਲ ਹੈ, ਭਾਵ ਮੇਰਾ ਤੇ ਪ੍ਰਭੂ ਦਾ ਸੰਬੰਧ ਜੁੜ ਜਾਂਦਾ ਹੈ, ਮੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ, ਤਾਂ ਲੱਖਾਂ ਹੀ ਦਾਤਾਂ ਵਡਿਆਈਆਂ ਸਭ ਮੇਰੇ ਵੱਲ ਹੋ ਜਾਂਦੀਆਂ ਹਨ, ਮੈਨੂੰ ਪ੍ਰਾਪਤ ਹੋ ਜਾਂਦੀਆਂ ਹਨ। ਜੇ ਇੱਕ ਪ੍ਰਭੂ ਦੇ ਨਾਲ ਪਿਆਰ ਪੈ ਜਾਂਦਾ ਹੈ, ਜੇ ਇੱਕ ਪ੍ਰਭੂ ਦੇ ਨਾਲ ਸਾਂਝ ਬਣ ਜਾਂਦੀ ਹੈ, ਤਾਂ ਉਹ ਜੋ ਲੱਖਾਂ ਸਿਫਤਾਂ, ਲੱਖਾਂ ਗੁਣਾ, ਬੇਅੰਤ ਸਿਫਤਾਂ ਦਾ ਮਾਲਕ, ਬੇਅੰਤ ਦਾਤਾਂ ਦੇਣ ਵਾਲਾ ਦਾਤਾਰ ਹੈ, ਤਾਂ ਉਹ ਸਾਰੀਆਂ ਦਾਤਾਂ ਮੇਰੀ ਪਹੁੰਚ ਵਿੱਚ ਹੋ ਜਾਂਦੀਆਂ ਹਨ। ਸੋ ਜਾਂ ਮੂੰਹ ਇੱਕ ਤਾਂ ਲੱਖ, ਲੱਖਾਂ ਹੀ ਚੀਜ਼ਾਂ, ਲੱਖਾਂ ਹੀ ਦਾਤਾਂ ਮੈਨੂੰ ਪ੍ਰਾਪਤ ਹੋ ਜਾਂਦੀਆਂ ਹਨ ਜੇ ਉਹ ਇੱਕ ਮੇਰੇ ਵੱਲ ਹੋ ਜਾਂਦਾ ਹੈ। ਤੋ ਜਿੱਤੀ ਇਹਨੇ ਦਰ ਕਿਤੜੇ। ਤੋ ਜਿੱਤੀ ਦਾ ਭਾਵ ਹੈ ਜਿਤਨੀ ਵੀ ਤੇਰੀ ਕੁਦਰਤ ਹੈ। ਜਿੱਤੀ ਮੈंने जितनी, तो जितनी तेरी जितनी भी पैदा की हुई सृष्टि है, तेरी जितनी भी बनाई हुई कुदरत है, उसके अंदर पिनने दर कितड़े। पिनने का भाव है मंगते। तेरे दर ते मंगन वाले किन्ने ही हैं। तो गुरु साहब कह रहे हैं कि जे प्रभु एक मेरे वाल होए ਤਾਂ ਲੱਖਾਂ ਹੀ ਦਾਤਾਂ ਮੇਰੇ ਵੱਲ ਹਨ, ਮੈਨੂੰ ਪ੍ਰਾਪਤ ਹੋ ਜਾਂਦੀਆਂ ਹਨ। ਕਿ ਤੇਰੀ ਜਿਤਨੀ ਵੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ, ਤੇਰੀ ਸ੍ਰਿਸ਼ਟੀ ਚ ਨਹੀਂ ਤਾਂ ਮੰਗਤੇ ਤਾਂ ਕਿਤਨੇ ਹੀ ਹਨ, ਕਿੰਨੇ ਦਰ ਕਿਤੜੇ, ਤੇਰੇ ਕੋਲ ਮੰਗਣ ਵਾਲੇ ਤਾਂ ਅਨੇਕਾਂ ਹੀ ਹਨ। ਸਾਰੇ ਹੀ ਤੇਰੇ ਪਾਸੋਂ ਦਾਤਾਂ ਮੰਗਦੇ ਹਨ, ਉਹ ਇਹ ਸਾਰੇ ਤੇਰੇ ਪਾਸੋਂ ਮੰਗਦੇ ਰਹਿੰਦੇ ਨੇ। ਆਖੇ ਮੰਗੇ ਦੇ ਦਾਤ ਕਰੇ ਦਾਤਾਰ। ਸਾਰੇ ਤੇਰੇ ਪਾਸੋਂ ਦਾਤਾਂ ਮੰਗਦੇ ਹਨ, ਤੇਰੇ ਦਰ ਦੇ ਮੰਗਤੇ ਹਨ। कितने को हन कोई अंदाजा नहीं लगा सकता, कोई जान नहीं सकता। पिनने का अर्थ है, आखिरी अर्थ है मंगते। तो पर एक प्रभु जिदे नाल हो जाता है, उन्होंने सारिया बख्शिशां दातां प्राप्त हो जांदियां हन। नहीं तो मंगते तो दुनिया दे विच जिन्नी तेरी सृष्टि है, उहदे च किन्ने ही मंगते हैं जो तेरे पासों दातां मंगते रहंदे हन।
अगली पंक्ति गुरु साहब फरमाते हैं कि बामन बिरथा गयो जन्म जिन कीतो सो विसरे। बामन ब्राह्मण ਦਾ जो कहा जाता उच्ची जात वाला जन्म है ਜਿਹੜਾ ਆਪਣੇ ਆਪ ਨੂੰ ਕਲੇਮ ਕਰਦਾ ਹੈ ਕਿ ਵੀ ਮੈਂ ਇਸ ਵਰਨ ਵੰਡ ਦੇ ਵਿੱਚ ਸਭ ਤੋਂ ਉੱਚੇ ਸਥਾਨ ਤੇ ਹਾਂ, ਸਭ ਤੋਂ ਉੱਚੇ ਦਰਜੇ ਦਾ ਹਾਂ, ਮੇਰੀ ਜਾਤ ਵਿੱਚ ਜਨਮ ਲੈਣ ਵਾਲਾ ਜਿਹੜਾ ਹੈ ਉਹ ਸਭ ਤੋਂ ਉੱਚਾ ਦਰਜਾ ਰੱਖਦਾ ਹੈ। ਪਰ ਉਹ ਕਹਿੰਦੇ ਹਨ ਕਿ ਇਸ ਕਹੀ ਜਾਂਦੀ ਉੱਚੀ ਜਾਤ ਵਿੱਚ ਜਨਮ ਲੈ ਕੇ ਵੀ ਬਿਰਥਾ ਗਇਓ ਜਨਮ, ਉਹਦਾ ਜਨਮ ਬਿਰਥਾ ਵਿਅਰਥ वेस्ट चला जाता है अगर जिन कीतो सो विसरे। जिस मालक ने ये सारी सृष्टि की रचना की है सो विसरे वो भुल जावे तो वो गल सारी मुड़ के उत्थे ही आ जाती है जो पिछले श्लोकों तो चलती आ रही है कि ये इंपॉर्टेंट नहीं है कि पाठ पटंबर मिले हैं कि नहीं मिले। ये इंपॉर्टेंट नहीं है कि मिट्टी में रुलना पै रहा है, मिट्टी में तूड़ी जुड़ंदड़ी। हाँ, इंपॉर्टेंट की है कि प्रभु की याद हृदय च वसी है कि नहीं वसी, मारू राग गाया है कि नहीं गाया, ये इंपॉर्टेंट नहीं है। राग गाया ता ही सफल है जे नाम रंग बैराग हृदय में उपजा है, गुरु के शब्द के राही उसकी आराधना की है, ता ही मन दे विच प्यार ते बैराग माया वालों उपरामता पैदा होंदी है कि पंज विकार काबू ता ही आते हैं जे उस गुरु के शब्द की राही उस प्रभु की आराधना की जाए। मारू राग गाया भी ता ही सफल है जे उस प्रभु का प्यार हृदय में टिक जाए। सो इत्थे भी इस श्लोक सेम ही गल समझा रहे हैं कि जन्म किस कुल में होया है, कही जाती उच्ची कुल होया है कि नीवी कुल होया, इररेलेवेंट है। उच्ची कुल में जन्म लैके भी जन्म व्यर्थ जा सकता है जो उस प्रभु ने विसार दिता है। जे एक प्रभु के नाल सांझ पै गई है तो लखां बख्शिशों का पात्र बन जाता है। सारे अनगिनत मंगतियां दे विचों ऐसा जीव प्रवान हो जाता है, प्रभु की बख्शिशों का पात्र बन जाता है जे वो प्रभु को याद रखता है। जिवें गुरबाणी च भी आंदा ना कि भी जिहड़ा बंदा प्रभु ਨੂੰ ਭੁਲਾ ਦੇਵੇ ਉਹ ਇੱਕ ਕੀੜੇ ਨਾਲੋਂ ਵੀ ਨੀਵਾ ਹੈ ਕਿ ਜੇ ਉਸ ਕੀੜੀ ਨੂੰ ਉਹ ਕੀੜੀ ਤੁਲਨਾ ਹੋਣੀ ਜੇ ਤਿਸ ਮਨੋ ਨਾ ਵਿਸਰੈ। ਜੇ ਉਸ ਕੀੜੀ ਨੂੰ ਵੀ ਅਗਰ ਜੇ ਪ੍ਰਭੂ ਦੀ ਯਾਦ ਹਿਰਦੇ ਵਿੱਚ ਹੋਵੇ ਤਾਂ ਉਹ ਇਨਸਾਨ ਉਸ ਕੀੜੀ ਤੋਂ ਵੀ ਗਿਆ ਗੁਜ਼ਰਾ ਹੈ ਜਿਹਨੂੰ ਪ੍ਰਭੂ ਯਾਦ ਨਹੀਂ ਹੈ। तो इस श्लोक के अंदर भी प्रभु के नाल सांझ पान की गल, प्रभु के नाल प्यार की गल का ही सुनिया दिता जा रहा है कि जा मूँह एक ता लख, जे मेरे वाली एक प्रभु हो जाए तो लखां दातां लखां बख्शिशां मैनू प्राप्त हो जांदियां हन। तो जित्ती पिन ने दर कितड़े, तेरी जितनी भी सृष्टि है ਉਹਦੇ अंदर तेरी कुदरत ਦੇ ਵਿੱਚ कितने ही मंगते हैं तेरे दर दे जो तेरे पासों दातां दी मंगते रहते हैं, करते रहते हैं। और इस सृष्टि के अंदर अपने आप ਨੂੰ ਉੱਚੀ ਕੁਲ ਦਾ ਮੰਨਣ ਵਾਲਾ ब्राह्मण का जन्म भी व्यर्थ हो जाता है जे उस कीते इस कीते हुए संसार ਨੂੰ किरत ਨੂੰ बनाने वाले सिरजनहार ਨੂੰ करते ਨੂੰ ਉਹ ਅਗਰ ਜੇ ਭੁਲਾ ਦਿੰਦਾ है। जिन कीतो सो विसरै, जे उस सृष्टि के रचनहार ਨੂੰ इंसान भुला देवे ਤਾਂ ਉੱਚੀ कुल च जन्म लिया होया भी जन्म व्यर्थ है। पाप कुल का तो कोई रेलेवेंस ही नहीं रह गई। अगर जे ਉੱਚੀ कुल च जन्म लैके भी उसने प्रभु ਨੂੰ भुला दिता तो जन्म व्यर्थ हो गया, किसी अर्थ नहीं है। तो जे नीवी कुल जन्म लैके भी प्रभु के नाल सांझ पा लई तो लखां बख्शिशां दातां दा पात्र इंसान बन सकता है। तो गुरबाणी विच ये अनेकों थावां दे उत्ते इस कुल दी जात दी जो है व्यर्थ कंसिडरेशन जिहड़ी है वो दर्शाई गई है कि कोई फर्क नहीं, जाति दे के हथ गल भी आती है कि भाई इसकी कोई वैल्यू नहीं है कि इसनूं किसी गिनती च नहीं गिनिया जाता। जाति दे के हथ सच परखी है वो इस तरह करके पंक्तियां दी पूरी याद नहीं आ रही।
तो ਭਾਵ ਇਹ ਹੈ ਵੀ ਜਾਤੀ ਦੀ ਜਨਮ ਕੁਲ ਦੀ ਕੋਈ ਇੰਪੋਰਟੈਂਸ ਨਹੀਂ ਹੈ। तो ਇੱਥੇ ਤਾਂ ਜੋ ਸਭ ਤੋਂ ਉੱਚੀ ਕੁਲ ਮੰਨਣ ਵਾਲਾ ਆਪਣੇ ਆਪ ਨੂੰ ਬ੍ਰਾਹਮਣ ਹੈ, ਉਹਦਾ ਜਨਮ ਨੂੰ ਵੀ ਗੁਰੂ ਸਾਹਿਬ ਨੇ ਵਿਅਰਥ ਕਹਿ ਦਿੱਤਾ ਹੈ, ਅਗਰ ਜੋ ਪ੍ਰਭੂ ਨੂੰ ਭੁਲਾ ਦਿੰਦਾ ਹੈ। ਅਗਲਾ ਸ਼ਲੋਕ ਨੰਬਰ 5। सोरठ सो रस पीजिए कबहू ना फीका होए, नानक राम नाम गुण गाइए दरगाह निर्मल सोए। सोरठ भी एक राग है, रागनी है, तो उसदे गाया भी सो रस पीजी है, सोरठ दे राही सो रस पीजी है कबू ना फीका होए। सोरठ गाया भी ताही भला ताही चंगा है जे इस दे राही वो रस पींदे रहिए, सो रस पीजी है वो रस पींदे रहिए जेड़ा कबू ना फीका होए, जेड़ा रस कदी बेसवादा नहीं होता। दुनियावी रस कसां दी गल करिए तां इंसान वक्खो वखरे स्वाद जीभ दे रस मानदा है। होर भी कई तरह के अखां दा, कन्नां दा, चमड़ी दा रस भी मानदा है। और इंसान बहुत वैरायटी मंगदा है। एक चीज़ स्वाद लगी, चंगी लगी, उन्होंने 2-4 बारी खा लिया, 5 बारी खा लिया, फिर जो बार बार वो रिपीट होने तो फिर उन्होंने लगता है कि ये तो हुण हो गया, हुण कोई होर नवीं चीज़ चाहिए, उन्होंने उन्ना स्वाद भी नहीं आता। मस्कीन जी एक कथा दे विच सुना रहे सी कि बई ਇੱਕੋ ਹੀ ਚੀਜ਼ ਨੂੰ ਬਾਰ-ਬਾਰ ਲਗਾ ਖਾਣਾ ਪਵੇ ਤਾਂ ਉਹਦਾ ਸਵਾਦ ਬੰਦਾ ਮਾਣ ਹੀ ਨਹੀਂ ਸਕਦਾ। ਉਹਨਾਂ ਨੇ ਆਪਣੇ ਇੱਕ ਤਜਰਬੇ ਦੀ ਗੱਲ ਸਾਂਝੀ ਕੀਤੀ। ਉਹ ਕਹਿੰਦੇ ਕਿ ਬਈ ਕਿਸੇ ਸ਼ਹਿਰ ਵਿੱਚ ਉਹਨਾਂ ਦਾ ਪ੍ਰੋਗਰਾਮ ਸੀਗਾ ਜਿੱਥੇ 15 ਕੁ ਦਿਨ ਠਹਿਰਨਾ ਸੀਗਾ। तो कहते पहले दिन ही जिस परिवार ने उन्होंने खाने ते घर बुलाया तो उन्होंने पूछ लिया कि भाई तुहाडी मनपसंद सब्जी केड़ी है। तो कहते मैं सहज सुभाए कह दिता कि भिंडी अच्छी लगती है, मैनूं भिंडी बना लो। कहते जी चलो उन्होंने भिंडियां दी सब्जी बना ली। तो उत्थे जिन्हां होर लोकां नूं भी उन्होंने इनवाइट किया होया सीगा, तो गुरुद्वारे की सारी बाकी की संगत भी जिन्हां ने इस परिवार दे नाल मेल जोल सीगा, सब कोल ये गल पहुंच गई कि मस्कीन जी नूं भिंडी चंगी लगती है। तो कहते हुण अगले दिन जिस दूजे किसी घर च रोटी सी उत्थे भी भिंडियां बनिया हुई, तीसरे दिन किसी होर जगह उत्थे भी भिंडियां, चौथे दिन फिर भिंडियां। कहते रोज रोज खा के तो मैं तो अक ही गया। फिर मैं कह दिता कि मैं चंगी तो लगती पर इन्नी चंगी भी नहीं लगती कि हर हर खाने के अंदर भिंडी ही खाता रहा, कि वो तो मूँह तो पक जाता है इको ही चीज़ बार बार खा के। तो दुनियावी रस ऐसे हैं जिहड़े जदों उन्होंने मानिया जाता है तो चंगे भी लगते हैं, पर रिपीट करते करते बहुतात दे विच करते रहो तो फिर वो बेसवादे फिक्के पै जाते हैं। इवें ही एक कवि दरबार की गल मेरे ध्यान च आई कि एक कवि ने कविता पढ़ के सुनाई तो बड़ी उहदी वाह वाह मिली। लोगों ने भी कहा भी एक बारी होर, तो वो भी जोश च आ गया, उन्हें पूरी कविता एक बारी फिर दोबारा सुना दी। हुण भी वाह वाह मिली पर उन्नी ज़्यादा नहीं मिली, सही ਉਹਨੂੰ जोश आ गया, कहता लै लोगों ने फिर वाह वाह की, उन्हें फिर तीजी बारी फिर वही कविता पढ़नी शुरू कर दी। हुण बहुत ही थोड़े लोगों ने आख्या भी वाह वाह हैगी, वो 2-4 बंदियां नहीं मुश्किल नाल बोलिया होएगा वाह चंगी है बहुत वधिया, पर वो कवि नूं ते जिवें नशा चढ़ गया सी, उन्हें चौथी बार पढ़नी शुरू कर दी। तो हुण तां ये हाल हो गया कि बहुते लोग उत्ते उबासियां मारन लग पे, इधर उधर झांकन लग पे भी ये हो की गया है। इक्को कविता 4-4 बारी थोड़ा सुनी जाती है, वो नहीं टॉलरेट होंदी, बर्दाश्त ही नहीं होंदी। कई लोग उठ के तुरने भी शुरू हो गए। तो ये चीज़ है कि भाई वही चीज़ वही कविता जी पहली बारी इतनी ज़्यादा लोगों को पसंद आई कि भी लोगों ने बार बार दोबारा सुनने की अपनी फरमाइश की। वो चौथी बार तक पहुँच गया लोग उठ के तुरने शुरू हो गए। तो रस दुनियावी रस इंद्रियां दे रस बड़ी जल्दी ही अपना स्वाद गवा बैठते हैं, फिक्के पै जाते हैं। पर गुरु साहब इत्थे उस रस की गल कर रहे हैं जिहड़ा कबू ना फीका होए, और वो ऐसा रस केवल इको ही है, वो है प्रभु के नाम का रस, जिहड़ा जिन्ना ज़्यादा मानिया जाए उन्ना ही रसदायक, उन्ना ही मिठा, उन्ना ही प्यारा लगता है। ये रस कभी फिक्का नहीं होता। सो उस रस की गल गुरु साहब इत्थे कर रहे हैं। सोरठ सो रस पीजिए, सोरठ के द्वारा सो रस पीजिए, उस रस नूं पीवो, उस रस नूं माणदे रहो जिहड़ा कबू ना फीका होए,
ਜਿਹੜਾ ਸਮੇਂ ਦੇ ਨਾਲ ਬਾਰੰਬਾਰ ਰਸ ਮਾਨਣ ਦੇ ਨਾਲ ਕਦੀ ਫਿੱਕਾ ਨਹੀਂ ਹੁੰਦਾ ਹੈ, ਕਦੀ ਘਟਦਾ ਨਹੀਂ ਹੈ, ਕਦੀ ਬੇਸਵਾਦਾ ਨਹੀਂ ਹੁੰਦਾ। ਉਸੇ ਨੂੰ ਹੁਣ ਚੀਜ਼ ਨੂੰ ਅਗਲੀਆਂ ਪੰਕਤੀਆਂ 'ਚ ਫਿਰ ਐਕਸਪਲੇਨ ਕਰ ਰਹੇ ਹਨ। ਨਾਨਕ ਰਾਮ ਨਾਮ ਗੁਣ ਗਾਈਐ ਦਰਗਾ ਨਿਰਮਲ ਸੋਏ। ਤੋ ਇਹ ਐਸਾ ਰਸ ਪ੍ਰਾਪਤ ਹੁੰਦਾ ਕਿਵੇਂ ਹੈ ਕਿ ਜੇ ਰਾਮ ਨਾਮ ਗੁਣ ਗਾਈਏ, ਉਸ ਰਮੇ ਹੋਏ ਰਾਮ ਪ੍ਰਭੂ ਦੇ ਜੋ ਸਾਰੀ ਸ੍ਰਿਸ਼ਟੀ ਦੇ ਵਿੱਚ ਰਮਿਆ ਹੋਇਆ ਹੈ, ਉਸਦੇ ਨਾਮ ਦੇ ਗੁਣ ਗਾਏ ਜਾਣ, ਉਹਦੀ ਸਿਫਤ ਸਲਾਹ ਦੇ ਵਿੱਚ ਜੁੜਿਆ ਜਾਵੇ, ਉਹਦੇ ਗੁਣ ਹੀ ਗਾਉਂਦੇ ਰਹਿਣੇ ਚਾਹੀਦੇ ਹਨ। ਔਰ ਇਸ ਕਰਨ ਦੇ ਨਾਲ ਕੀ ਹੋਏਗਾ, ਉਹ ਰਸ ਤਾਂ ਪ੍ਰਾਪਤ ਹੋਏਗਾ ਹੀ ਜਿਹੜਾ ਕਦੀ ਬੇਰਸਾ ਨਹੀਂ ਹੁੰਦਾ, ਜਿਹੜਾ ਕਦੀ ਫਿੱਕਾ ਨਹੀਂ ਪੈਂਦਾ, ਜਿਹੜਾ ਕਦੀ ਘਟਦਾ ਨਹੀਂ ਹੈ। ਔਰ ਨਾਲ ਹੀ ਨਾਲ ਦਰਗਾਹ ਨਿਰਮਲ ਸੋਏ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਵੀ ਨਿਰਮਲ ਸ਼ੋਭਾ, ਸੋਏ ਦਾ ਅਰਥ ਹੈ ਸ਼ੋਭਾ। ਸੋਏ ਦੇ ਦੂਜੇ ਅਰਥ ਵੀ ਹੁੰਦੇ ਹਨ ਜਦੋਂ ਉਸ ਦੇ ਸੰਬੰਧ ਚ ਆਉਂਦੇ, ਲੇਕਿਨ ਇੱਥੇ ਸੋਏ ਹੈ ਨਿਰਮਲ ਸੋਏ, ਇਸਤਰੀ ਲਿੰਗ ਸ਼ਬਦ ਹੈ। ਨਿਰਮਲ ਥੱਲੇ ਇਸ ਕਰਕੇ ਔਂਕੜ ਵੀ ਉਹਦਾ ਵਿਸ਼ੇਸ਼ਣ ਆਇਆ ਹੈ। ਨਿਰਮਲ ਸੋਏ, ਸੋਏ ਤੋਂ ਭਾਵ ਉਹਦੀ ਸ਼ੋਭਾ, ਉਹਦੀ ਸ਼ੋਭਾ ਨਿਰਮਲ, ਮੈਲ ਤੋਂ ਰਹਿਤ, ਕਿਸੇ ਵਿਕਾਰ ਵਾਲੀ ਨਹੀਂ, ਕੋਈ ਸਿਫਾਰਸ਼ੀ ਨਹੀਂ, ਕੋਈ ਹੀਰਾਫੇਰੀ ਵਾਲੀ ਨਹੀਂ, ਬਲਕਿ ਨਿਰੋਲ ਪਵਿੱਤਰ ਸ਼ੋਭਾ ਉਸਦੀ ਪ੍ਰਭੂ ਦੀ ਦਰਗਾਹ ਦੇ ਵਿੱਚ ਹੁੰਦੀ ਹੈ, ਜਿਹੜਾ ਰਾਮ ਦੇ ਨਾਮ ਦੇ ਗੁਣ ਗਾਉਂਦਾ ਹੈ। ਨਾਨਕ ਰਾਮ ਨਾਮ ਗੁਣ ਗਾਈਐ ਦਰਗਾਹ ਨਿਰਮਲ ਸੋਏ, ਜਿਹੜੇ ਪ੍ਰਭੂ ਦੇ ਨਾਮ, ਉਹਦੀ ਸਿਫਤ ਸਲਾਹ ਦੇ ਨਾਲ ਜੁੜਦੇ ਹਨ, ਉਹਦੇ ਗੁਣ ਗਾਉਂਦੇ ਹਨ, ਉਹਨਾਂ ਨੂੰ ਉਹ ਸਦੀਵੀ ਮਿੱਠਾ ਰਹਿਣ ਵਾਲਾ ਰਸ ਵੀ ਮਿਲਦਾ ਹੈ, ਜਿਹੜਾ ਕਦੀ ਫਿੱਕਾ ਨਹੀਂ ਪੈਂਦਾ, ਤੇ ਪ੍ਰਭੂ ਦੀ ਹਜ਼ੂਰੀ ਦੇ ਅੰਦਰ ਇੱਕ ਨਿਰਮਲ ਸ਼ੋਭਾ ਵੀ ਉਹਨਾਂ ਦੀ ਹੋ ਜਾਂਦੀ ਹੈ ਕਿ ਭਾਵ ਇਹ ਇਨਸਾਨ ਐਸੇ ਹਨ ਜਿਨ੍ਹਾਂ ਦੀ ਸੱਚੀ ਪ੍ਰੀਤ ਪ੍ਰਭੂ ਦੇ ਨਾਲ ਹੈ, ਜਿਹੜੇ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜੇ ਹੋਏ ਹਨ, ਜਿਹੜੇ ਪ੍ਰਭੂ ਦੇ ਪਿਆਰ ਦੇ ਵਿੱਚ ਰੰਗੇ ਹੋਏ ਹਨ। ਉਹ ਅੱਜ ਦੇ ਇਹਨਾਂ ਸਾਰੇ 5 ਸ਼ਲੋਕਾਂ ਦੇ ਅੰਦਰ ਪ੍ਰਭੂ ਦੇ ਨਾਲ ਪ੍ਰੀਤ ਪਾਣ, ਪ੍ਰਭੂ ਦੇ ਨਾਲ ਸਾਂਝ ਪਾਣ ਦਾ ਹੀ ਸੁਨੇਹਾ ਮਿਲਿਆ ਹੈ। ਸੋ ਅੱਜ ਦੀ ਇਤਨੀ ਵਿਚਾਰ ਕਬੂਲ ਕਰੋ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ।